ਸਤਿ ਸ਼੍ਰੀ ਅਕਾਲ ਜੀ। ਸਰਹੱਦ ਕੇਸਰੀ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੋਸ਼ਨ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਖਾਸ ਮੁੱਦੇ 'ਤੇ ਗੱਲ ਕਰਨ ਲੱਗੇ ਹਾਂ। ਸਾਡੇ ਨਾਲ ਮੌਜੂਦ ਨੇ ਜਸਦੇਵ ਸਿੰਘ ਧਨੋਆ ਜੋ ਫਿਜ਼ੀਓਥੈਰੇਪੀ ਦੇ ਬਹੁਤ ਹੀ ਮਾਹਿਰ ਡਾਕਟਰ ਨੇ। ਅੱਜ ਉਹਨਾਂ ਨਾਲ ਖਾਸ ਮੁਲਾਕਾਤ ਕਰਾਂਗੇ ਜੀ। ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰਹੱਦ ਕੇਸਰੀ ਚੈਨਲ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਸਰ। ਮੈਂ ਗੱਲ ਕਰਨ ਲੱਗਿਆ ਅੱਜ ਜਿਸ ਚੀਜ਼ 'ਚ ਤੁਸੀਂ ਬਹੁਤ ਹੀ ਮਾਹਿਰ ਮੰਨੇ ਜਾਂਦੇ ਹੋ, ਮੈਂ ਜਾਣਨਾ ਚਾਹੁੰਦਾ ਕਿ ਫਿਜ਼ੀਓਥੈਰੇਪੀ ਦੇ ਵਿੱਚ ਕੀ ਤੁਸੀਂ ਟਰੀਟਮੈਂਟ ਦਿੰਦੇ ਹੋ ਅਤੇ ਇਹਦੀਆਂ ਟੈਕਨੀਕਸ ਕੀ ਨੇ। ਤੁਸੀਂ ਕਿਸ ਪ੍ਰੋਬਲਮ ਨੂੰ ਤੁਸੀਂ ਹੁਣ ਤੱਕ ਮੋੜ ਪਾਇਆ, ਪੇਸ਼ੈਂਟ ਨੂੰ ਤੁਸੀਂ ਬਖੂਬੀ ਆਪਣੇ ਟਰੀਟਮੈਂਟ ਨਾਲ ਤੁਸੀਂ ਠੀਕ ਕਰਕੇ ਬਖੂਬੀ ਉਹਨਾਂ ਨੂੰ ਘਰ ਭੇਜਿਆ ਗਿਆ। ਅਤੇ ਮੈਂ ਤੁਹਾਨੂੰ ਜਾਣਨਾ ਚਾਹੁੰਦਾ ਸਰ ਇਹਦੀਆਂ ਟੈਕਨੀਕਸ ਕੀ ਨੇ, ਇਹਦੇ ਸਟੈਪ ਕੀ ਨੇ। ਬਿਲਕੁਲ ਜੀ। ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਫਿਜ਼ੀਓਥੈਰੇਪੀ ਬਾਰੇ ਦੱਸਣਾ ਚਾਹਾਂਗਾ ਕਿ ਫਿਜ਼ੀਓਥੈਰੇਪੀ ਇੱਕ +2 ਮੈਡੀਕਲ ਤੋਂ ਬਾਅਦ ਕਰਨ ਵਾਲਾ ਇੱਕ 4.5 ਸਾਲ ਦਾ ਕੋਰਸ ਹੈ ਜਿਸ ਨੂੰ BPT ਆਖਿਆ ਜਾਂਦਾ ਹੈ। ਇਸ ਤੋਂ ਬਾਅਦ ਇਹਦੇ ਵਿੱਚ ਸਪੈਸ਼ਲਾਈਜੇਸ਼ਨਸ ਹੈ ਜਿਸ ਨੂੰ ਕਿ ਅਸੀਂ MPT ਬੋਲਦੇ ਹਾਂ। ਸਪੈਸ਼ਲਾਈਜੇਸ਼ਨ ਆਰਥੋ ਦੇ ਵਿੱਚ ਵੀ ਹੈ, ਨਿਊਰੋ 'ਚ ਹੈ, ਕਾਰਡੀਓ 'ਚ ਹੈ ਔਰ ਪੈਡੀਆਟ੍ਰਿਕਸ ਦੇ ਵਿੱਚ ਬੱਚਿਆਂ ਦੇ ਕੇਸ ਦੇ ਵਿੱਚ ਹੈ। ਤੋ ਇਹ ਇੱਕ ਬੇਸਿਕ ਕੁਆਲੀਫਿਕੇਸ਼ਨ ਹੈ ਜੋ ਇੱਕ ਤੁਹਾਡੇ ਫਿਜ਼ੀਓਥੈਰੇਪਿਸਟ ਕੋਲ ਹੋਣੀ ਚਾਹੀਦੀ ਹੈ ਜਿਹਦੇ ਨਾਲ ਉਹ ਆਪਦਾ ਕੰਮ ਕਰ ਸਕਦਾ ਹੈ। ਇਹ ਦੂਸਰੀ ਫਿਜ਼ੀਓਥੈਰੇਪੀ ਜੋ ਹੈ ਸੈਕਿੰਡ ਵਰਲਡ ਵਾਰ ਤੋਂ ਬਾਅਦ ਜੋ ਸਾਡੇ ਇਹ ਨਵੀਂ ਖੋਜ ਹੋਈ, ਡਿਵੈਲਪ ਹੋਈ, ਇੰਡੀਆ ਦੇ ਵਿੱਚ ਆਈ ਤਾਂ ਇਹ ਉਦੋਂ ਤੋਂ ਚੱਲ ਰਹੀ ਸੀ। ਪਰ ਦਿਨੋਂ ਦਿਨ ਜਿਵੇਂ ਜਿਵੇਂ ਸਾਇੰਸ ਐਡਵਾਂਸ ਹੁੰਦੀ ਗਈ ਤਾਂ ਇਹਦੇ 'ਚ ਚੇਂਜਿਸ ਆਉਂਦੀਆਂ ਗਈਆਂ, ਨਵੀਆਂ ਐਡਵੈਂਸ਼ਨਸ ਆਉਂਦੀਆਂ ਗਈਆਂ, ਨਵੀਆਂ ਮਸ਼ੀਨਾਂ ਆਉਂਦੀਆਂ ਗਈਆਂ, ਰਿਜ਼ਲਟਸ ਲੋਕਾਂ ਨੂੰ ਮਿਲਣ ਲੱਗੇ। ਤਾਂ ਇਹ ਜਿਹੜੀ ਫੀਲਡ ਸੀਗੀ ਇਹ ਸ਼ਹਿਰਾਂ ਤੋਂ ਨਿਕਲ ਕੇ ਮੰਡੀਆਂ ਪਿੰਡਾਂ ਤੱਕ ਵੀ ਲੋਕਾਂ 'ਚ ਪਹੁੰਚ ਗਈ ਹੈ। ਪਹਿਲਾਂ ਨਾਲੋਂ ਲੋਕਾਂ ਨੂੰ ਬਹੁਤ ਅਵੇਅਰਨੈਸ ਹੈ, ਲੋਕ ਸਮਝ ਚੁੱਕੇ ਨੇ ਵੀ ਇਹਦੇ 'ਚ ਰਿਜ਼ਲਟਸ ਹੈ। ਬਿਨਾਂ ਦਵਾਈ ਤੋਂ, ਬਿਨਾਂ ਆਪਰੇਸ਼ਨ ਤੋਂ ਜਿਹੜਾ ਹੈ ਇਸ ਨਾਲ ਵੱਡੀ ਤੋਂ ਵੱਡੀ ਬਿਮਾਰੀ ਨੂੰ ਅਸੀਂ ਸੋਲਿਊਸ਼ਨ ਕਰ ਸਕਦੇ ਹਾਂ। ਦੂਸਰਾ ਤੁਸੀਂ ਗੱਲ ਕੀਤੀ ਕਿ ਕੀ ਟੈਕਨੀਕਸ ਨੇ, ਤਾਂ ਜੋ ਮੈਂ ਹੁਣ ਅੱਜ ਦੀ ਲੇਟੈਸਟ ਜਿਹੜੀ ਗੱਲ ਕਰੂੰਗਾ ਉਹ ਸਾਡੇ ਫੀਲਡ ਦੀ ਨਵੀਂ ਇਨਵੈਂਸ਼ਨ ਜੋ ਸਾਨੂੰ ਇੱਥੇ ਪਹਿਲਾਂ ਨਹੀਂ ਸੀ ਪੰਜਾਬ 'ਚ ਜਾਂ ਸਾਡੇ ਛੋਟੇ ਸ਼ਹਿਰ ਬਠਿੰਡਾ ਵਰਗਿਆਂ 'ਚ ਨਹੀਂ ਸੀ। ਉਹ ਕੀ ਆ, ਲੇਜ਼ਰ ਟੈਕਨੋਲੋਜੀ ਦੀ ਗੱਲ ਕਰਦੇ ਹਾਂ। ਤਾਂ ਲੇਜ਼ਰ ਟੈਕਨੋਲੋਜੀ ਕਿਸ ਤਰ੍ਹਾਂ ਦੀ ਟੈਕਨੀਕ ਹੈ ਜਿਸ ਦੇ ਨਾਲ ਅਸੀਂ, ਜਿਸ ਤਰ੍ਹਾਂ ਮੈਂ ਡਿਸਕ ਦੀ ਗੱਲ ਕਰਾਂ ਕਿ ਡਿਸਕ ਦੀ ਸਮੱਸਿਆ ਲੋਕਾਂ 'ਚ ਆਮ ਪਾਈ ਜਾਂਦੀ ਹੈ। ਤਾਂ ਡਿਸਕ ਜਦ ਹਿੱਲ ਜਾਂਦੀ ਹੈ ਤਾਂ ਉਹਨੂੰ ਰਿਕਵਰ ਕਰਨ ਦੇ ਲਈ, ਉੱਥੋਂ ਤੱਕ ਪਹੁੰਚਣ ਦੇ ਲਈ ਜਾਂ ਤਾਂ ਸਰ ਡਾਕਟਰ ਕਹਿੰਦਾ ਜੀ ਆਪਰੇਸ਼ਨ ਕਰੋ ਇਸ ਦਾ ਫਿਰ ਹੱਲ ਹੋਏਗਾ, ਅਤੇ ਜਾਂ ਇਸ ਤੋਂ ਪਹਿਲਾਂ ਜੋ ਪੁਰਾਣੇ ਆਪਾਂ ਗੱਲ ਕਰੀਏ ਤਾਂ ਕੋਈ ਦੇਸੀ ਜਿਹੜੇ ਸੀਗੇ ਉਹ ਲੋਕ ਉੱਥੇ ਜਾਂਦੇ ਸੀ ਪਰ ਉਹ ਰਿਸਕੀ ਸੀ, ਕੋਈ ਟੈਕਨੀਕ ਨਹੀਂ ਸੀ, ਤੀਰ ਤੁੱਕਾ ਸੀ। ਤਾਂ ਹੁਣ ਜਿਹੜਾ ਸਟੈਪ ਹੈ ਤਾਂ ਲੇਜ਼ਰ ਦੇ ਨਾਲ ਅਸੀਂ ਉਸ ਪੁਆਇੰਟ 'ਤੇ ਪਹੁੰਚਦੇ ਹਾਂ, ਉਸ ਡਿਸਕ ਜੋ ਹਿੱਲ ਚੁੱਕੀ ਹੈ ਉੱਥੋਂ ਤੱਕ ਡਾਇਰੈਕਟ ਸਾਡੀਆਂ ਲੇਜ਼ਰ ਰੇਜ਼ ਅਸੀਂ ਦੇ ਕੇ ਉਸ ਹਿੱਸੇ ਦੀ ਸਰਕੂਲੇਸ਼ਨ ਇਨਕਰੀਜ਼ ਕਰ ਦਿੰਦੇ ਹਾਂ, ਉਸ ਹਿੱਸੇ ਦੀ ਜਿਹੜੀ ਸੋਜ ਆਈ ਹੁੰਦੀ ਹੈ ਉਹਨੂੰ ਸਾਈਡ ਕਰ ਲੈਂਦੇ ਹਾਂ, ਠੀਕ ਹੈ। ਔਰ ਉਹ ਡਿਸਕ ਨੂੰ ਅਸੀਂ ਆਪਦੀ ਜਗ੍ਹਾ 'ਤੇ ਲੈ ਆਉਂਦੇ ਹਾਂ ਅਤੇ ਉਹਦੇ ਨਾਲ ਜਦੋਂ ਡਿਸਕ ਆਪਦੀ ਜਗ੍ਹਾ 'ਤੇ ਚਲੀ ਜਾਂਦੀ ਹੈ ਤਾਂ ਪੇਸ਼ੈਂਟ ਦਾ ਪੇਨ ਜਿਹੜਾ ਹੈ, ਜਿਹੜਾ ਉਹਨੂੰ ਫੀਲ ਹੋ ਰਿਹਾ ਹੁੰਦਾ ਉਹ ਆਟੋਮੈਟਿਕਲੀ ਡਿਸਪੀਅਰ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਸੋ ਇੱਕ ਤਾਂ ਇਹ ਬਹੁਤ ਵੱਡੀ ਇਨਵੈਂਸ਼ਨ ਆਈ ਹੈ ਜੋ ਨਵੀਂ ਚੀਜ਼ ਹੈ। ਸੈਕਿੰਡ ਹੈਗੀ ਹੈ ਜੀ ਸਾਡੇ ਕੋਲ ਜਰਮਨ ਦੀ ਟੈਕਨੋਲੋਜੀ ਹੈ, ਮੈਟ੍ਰਿਕਸ ਟੈਕਨੋਲੋਜੀ ਜਿਹਨੂੰ ਅਸੀਂ ਕਹਿੰਦੇ ਹਾਂ। ਉਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਪੇਸ਼ੈਂਟ ਦੇ ਕੋਈ ਸਪੋਜ਼ ਕਰੋ ਕਿ ਜੁਆਇੰਟ ਸਟਿਫਨੈਸ ਹੋ ਗਈ ਹੈ, ਜੁਆਇੰਟ ਜਕੜ ਗਿਆ ਹੈ, ਕੋਈ ਪਲਾਸਟਰ ਤੋਂ ਬਾਅਦ ਜੋੜ ਜਾਮ ਹੋ ਚੁੱਕਿਆ ਹੈ, ਜਾਂ ਪੇਸ਼ੈਂਟ ਕੰਪਲੇਂਟ ਕਰਦਾ ਜੀ ਸਾਨੂੰ ਸਵੇਰੇ ਉੱਠਦੇ ਹਾਂ ਡਾਕਟਰ ਸਾਹਿਬ ਬੈਕ ਨਹੀਂ ਲੱਗਦੀ, ਪੇਨ ਬਹੁਤ ਹੁੰਦਾ ਹੈ, ਅਕੜਿਆ ਰਹਿੰਦਾ ਸਰੀਰ। ਤਾਂ ਅਸੀਂ ਉਹ ਮੈਟ੍ਰਿਕਸ ਦੇ ਨਾਲ, ਜਿਹੜੀ ਮੈਟ੍ਰਿਕਸ ਆ ਉਹ ਐਕਸਟਰਾ ਸੈਲੂਲਰ ਟਿਸ਼ੂ ਦੇ ਉੱਪਰ ਕੰਮ ਕਰਦੀ ਹੈ ਤਾਂ ਉਹ ਰਿਲੀਜ਼ ਕਰਦੀ ਹੈ, ਉਸ ਟਿਸ਼ੂ ਨੂੰ ਰਿਲੀਜ਼ ਕਰਕੇ ਉਸ ਪੇਸ਼ੈਂਟ ਨੂੰ ਅਸੀਂ ਰਿਲੀਵ ਕਰ ਦਿੰਦੇ ਹਾਂ, ਉਹਦਾ ਪੇਨ ਖਤਮ ਕਰ ਦਿੰਦੇ ਹਾਂ। ਤੀਸਰੀ ਜਿਹੜੀ ਮੈਂ ਨਵੀਂ ਇਹ ਗੱਲ ਕਰਾਂਗਾ ਇਸ ਇਲਾਕੇ 'ਚ ਉਹ ਹੈ ਸ਼ੌਕ ਵੇਵ ਥੈਰੇਪੀ। ਸ਼ੌਕ ਵੇਵ 'ਚ ਕੀ ਹੈ ਕਿ ਤੁਸੀਂ ਦੇਖਿਆ ਹੋਏਗਾ ਕਿ ਗੋਡੇ ਬਦਲਾਉਣ ਦੀ ਸਮੱਸਿਆ ਪੇਸ਼ੈਂਟਾਂ 'ਚ ਬਹੁਤ ਹੈ। ਤਾਂ ਉਹ ਸ਼ੌਕ ਵੇਵ ਜਿਹੜੀ ਹੈ ਅਸੀਂ ਉਸ ਆਰਥਰਾਈਟਿਸ ਪੇਸ਼ੈਂਟ ਦੇ ਉੱਪਰ ਯੂਜ਼ ਕਰਦੇ ਹਾਂ। ਕੁਛ ਦਿਨ ਪੇਸ਼ੈਂਟ ਨੂੰ ਅਸੀਂ ਆਪਦੇ ਕੋਲ ਬੁਲਾਉਂਦੇ ਹਾਂ, ਸੋਸ਼ਿਕ ਸੈਸ਼ਨ ਬੁਲਾਉਂਦੇ ਹਾਂ ਔਰ ਸ਼ੌਕ ਵੇਵ ਦੇ ਨਾਲ ਅਸੀਂ ਸ਼ੌਕ ਦੇ ਕੇ ਉਹਦੀ ਬੋਨ ਦੀ ਸਰਫੇਸਿੰਗ ਦੁਬਾਰਾ ਕਰ ਦਿੰਦੇ ਹਾਂ। ਤਾਂ ਉਹ ਵੀ ਇੱਕ ਨਵੀਂ ਟੈਕਨੋਲੋਜੀ ਜੋ ਇਸ ਇਲਾਕੇ 'ਚ ਅਸੀਂ ਲੈ ਕੇ ਆਏ ਹਾਂ। ਖਾਸ ਸਵਾਲ ਹੈ ਵੀ ਅੱਜ ਦੀ ਜਨਰੇਸ਼ਨ ਦੇ ਵਿੱਚ ਜੋ ਬੱਚੇ ਬੌਰਨ ਹੋ ਰਹੇ ਨੇ ਉਹਨਾਂ ਨੂੰ ਨਿਊਰੋ ਦੀ ਪ੍ਰੋਬਲਮ ਜਮਾਂਦਰੂ ਹੋ ਰਹੀ ਹੈ, ਕਿਸੇ ਦੀ ਗਰਦਨ ਨਹੀਂ ਖੜ ਰਹੀ, ਕਿਸੇ ਦੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਆ ਰਹੀ ਹੈ। ਸਰ ਉਹ ਚੀਜ਼ ਇੱਦਾਂ ਕਿਉਂ, ਅਤੇ ਉਸ ਚੀਜ਼ ਦੇ ਵਿੱਚ ਤੁਹਾਡਾ ਟਰੀਟਮੈਂਟ ਸੁਝਾਅ ਕੀ ਕਹਿਣਾ ਚਾਹੋਗੇ?
ਉਹਦੇ 'ਚ ਇਸ ਤਰ੍ਹਾਂ ਹੈ ਜੀ, ਜੋ ਤੁਸੀਂ ਗੱਲ ਕੀਤੀ ਕਿ ਨਵੇਂ ਬੱਚਿਆਂ 'ਚ ਇਹ ਅੱਜ ਕੱਲ੍ਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਤਾਂ ਨਵੇਂ ਬੱਚਿਆਂ 'ਚ ਇੱਕ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਸੈਰੀਬਲ ਪਾਲਸੀ ਜਾਂ CP ਸ਼ਾਰਟ ਫਾਰਮ ਕੀਤੀ ਜਾਂਦੀ ਹੈ, ਉਹ ਬਿਮਾਰੀ ਬਹੁਤ ਬੱਚਿਆਂ 'ਚ ਅੱਜ ਕੱਲ੍ਹ ਆ ਰਹੀ ਹੈ। CP ਦਾ ਇੱਕ ਵੱਡਾ ਕਾਰਨ ਕੀ ਹੈ ਕਿ ਜਦ ਬੱਚਾ ਪੈਦਾ ਹੁੰਦਾ ਹੈ, ਮਾਂ ਦੇ ਪੇਟ 'ਚੋਂ ਬੱਚਾ, ਤਾਂ ਜੋ ਪਹਿਲਾਂ ਜੋ ਉਹਨੂੰ ਆਕਸੀਜਨ ਦੀ ਸਪਲਾਈ ਮਿਲ ਰਹੀ ਹੈ ਤਾਂ ਉਹ ਥਰੂ ਅੰਬਲਾਈਕਲ ਕਾਰਡ ਜਾਂ ਪੰਜਾਬੀ 'ਚ ਕਹੀਏ ਤਾਂ ਨਾੜੂਆ ਦੇ ਥਰੂ ਉਹਨੂੰ ਮਿਲਦੀ ਹੈ। ਪੈਦਾ ਹੋਣ 'ਤੇ ਨਾੜੂਏ ਨੂੰ ਕੱਟਿਆ ਜਾਂਦਾ ਹੈ। ਕੱਟਣ ਤੋਂ ਬਾਅਦ ਕੀ ਹੁੰਦਾ ਹੈ, ਉਸ ਦੇ ਜਿਹੜੇ ਲੰਗਸ ਹੈ ਜਾਂ ਉਹਦਾ ਰੈਸਪੀਰੇਟਰੀ ਸਿਸਟਮ ਹੈ, ਉਹ ਉਸ ਟਾਈਮ 'ਤੇ ਮੈਚਿਓਰ ਨਹੀਂ ਹੁੰਦਾ, ਵੀਕ ਹੁੰਦਾ ਹੈ, ਤਾਂ ਉਹ ਖੁਦ ਆਪਣੇ ਆਪ ਇੱਕੋ ਦਮ ਸਾਹ ਨਹੀਂ ਲੈਂਦਾ। ਤਾਂ ਇਨਸਾਨ ਜਾਂ ਬੱਚਾ ਜੋ ਹੈ ਸਭ ਤੋਂ ਪਹਿਲਾਂ ਰੋਂਦਾ ਹੈ। ਉਹ ਰੋਣ ਨਾਲ ਉਹਦਾ ਮੂੰਹ ਖੁੱਲ੍ਹਦਾ ਹੈ ਤਾਂ ਆਕਸੀਜਨ ਉਹਨੂੰ ਜਾਂਦੀ ਹੈ ਅਤੇ ਉਹਦਾ ਬ੍ਰੇਨ ਫੰਕਸ਼ਨਿੰਗ ਜਿਹੜੀ ਹੈ ਸਟਾਰਟ ਹੋ ਜਾਂਦੀ ਹੈ। ਪਰ ਕਈ ਕਾਰਨਾਂ ਕਰਕੇ ਨਾੜੂਏ ਦਾ ਬੱਚੇ ਦੇ ਗਲ ਦੇ ਉੱਤੇ ਬਲ ਜਾਣਾ ਜਾਂ ਡਿਲੀਵਰੀ 'ਚ ਜ਼ਿਆਦਾ ਟਾਈਮ ਲੱਗ ਜਾਣਾ ਜਾਂ ਕਈ ਹੋਰ ਕੰਪਲੀਕੇਸ਼ਨਸ ਹੈਗੀਆਂ, ਜਿਨ੍ਹਾਂ ਕਰਕੇ ਕੀ ਹੁੰਦਾ ਕਿ ਉਹ ਬੱਚਾ ਜਿਹੜਾ ਹੈ ਰੋਂਦਾ ਨਹੀਂ ਹੈ। ਰੋਣ ਨਾ ਹੋਣ ਕਰਕੇ ਡਿਲੇ ਹੋ ਜਾਣਾ ਬੱਚੇ ਦਾ ਰੋਣਾ, ਤਾਂ ਉਹਦੀ ਜਿਹੜੀ ਆਕਸੀਜਨ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਨਹੀਂ ਮਿਲਦੀ, ਤਾਂ ਉਹਦਾ ਬ੍ਰੇਨ ਇਮੈਚਿਓਰ ਹੋ ਜਾਂਦਾ, ਡਿਵੈਲਪ ਨਹੀਂ ਹੁੰਦਾ, ਕਮਜ਼ੋਰ ਰਹਿ ਜਾਂਦਾ ਹੈ। ਤਾਂ ਇੱਕ ਵੱਡਾ ਕਾਰਨ ਜਿਹੜਾ ਹੈ, ਸਭ ਤੋਂ ਜ਼ਿਆਦਾ ਵੱਡਾ ਕਾਰਨ ਤਾਂ ਹਾਈਪੋਕਸੀਆ, ਜਿਹਨੂੰ ਅਸੀਂ ਇਸ ਕਹਿੰਦੇ ਹਾਂ ਕਿ ਆਕਸੀਜਨ ਦੀ ਘਾਟ ਹੋਣਾ। ਤਾਂ ਬੇਸਿਕ ਰੀਜ਼ਨ ਇਹ ਹੁੰਦਾ ਹੈ ਜਿਹਦੇ ਨਾਲ ਉਹ ਬੱਚਾ ਡਿਵੈਲਪ ਨਹੀਂ ਉਹਦਾ ਬ੍ਰੇਨ ਹੋ ਪਾਉਂਦਾ। ਤਾਂ ਉਹ ਜਦੋਂ ਬ੍ਰੇਨ ਨਹੀਂ ਡਿਵੈਲਪ ਹੁੰਦਾ ਤਾਂ ਫਿਰ ਅੱਗੇ ਜਾ ਕੇ ਉਸ ਬੱਚੇ ਨੂੰ ਸਾਰੀਆਂ ਮੂਵਮੈਂਟ ਕਰਨ ਦੇ ਵਿੱਚ ਡਿਲੇ ਹੋ ਜਾਂਦਾ ਹੈ। ਜਿਵੇਂ ਕਿ ਗਰਦਨ ਖੜਾਉਣਾ, ਆਮ ਬੱਚਾ 3 ਕੁ ਮਹੀਨੇ 3.5 ਦਾ ਕਰੀਬ ਗਰਦਨ ਖੜਾ ਜਾਂਦਾ, ਬਟ ਇਹ ਬੱਚੇ ਗਰਦਨ ਨਹੀਂ ਖੜਾਉਂਦੇ। ਕਈ ਬੱਚੇ ਸਾਲ ਤੱਕ ਵੀ ਨਹੀਂ ਖੜਾਉਂਦੇ, ਜਿਨ੍ਹਾਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ। ਗਰਦਨ ਲੇਟ ਖੜਾਉਣ ਲੱਗਣਾ, ਬੱਚੇ ਦਾ ਬੈਠਣ ਲੇਟ ਲੱਗਣਾ, ਬੱਚੇ ਦਾ ਖੜ੍ਹੇ ਹੋਣਾ, ਚੱਲਣਾ, ਸਾਰਾ ਕੁਛ ਡਿਲੇ ਹੁੰਦਾ ਹੈ। ਅੱਛਾ, ਇਸ ਤੋਂ ਬਾਅਦ ਇਸ ਦੇ ਆਪਾਂ ਟਰੀਟਮੈਂਟ ਦੀ ਜਿਹੜੀ ਤੁਸੀਂ ਮੈਨੂੰ ਪੁੱਛਿਆ, ਤਾਂ ਟਰੀਟਮੈਂਟ 'ਚ ਕੀ ਹੁੰਦਾ ਹੈ ਕਿ ਜਦ ਇਸ ਤਰ੍ਹਾਂ ਦੀ ਕੋਈ ਸਮੱਸਿਆ ਬੱਚੇ ਨੂੰ ਆਉਂਦੀ ਹੈ ਤਾਂ ਸ਼ੁਰੂ 'ਚ ਡਾਕਟਰ ਨੂੰ ਵੀ ਨਹੀਂ ਪਤਾ ਲੱਗਦਾ, ਕਿਉਂਕਿ ਬੱਚਾ ਬਹੁਤ ਛੋਟਾ ਹੈ। ਜਦੋਂ ਪੇਰੈਂਟਸ ਦੇਖਦੇ ਆ ਕਿ ਬੱਚਾ ਗਰਦਨ ਨਹੀਂ ਖੜਾ ਰਿਹਾ, ਬੱਚਾ ਚੱਲ ਨਹੀਂ ਪਾ ਰਿਹਾ, ਫਿਰ ਉਹ ਡਾਕਟਰ ਕੋਲ ਜਾਂਦੇ ਆ। ਤਾਂ ਉਸ ਟਾਈਮ ਡਾਕਟਰ ਕੁਛ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਟਾਈਮ ਸੀ ਉਹਦਾ ਨਿਕਲ ਚੁੱਕਿਆ ਸੀ, ਹਾਈਪੋਕਸਿਕ ਇੰਜਰੀ ਉਹਨੂੰ ਹੋ ਚੁੱਕੀ ਹੈ। ਤਾਂ ਕੁਛ ਮਲਟੀ ਵਿਟਾਮਿਨਸ ਵਗੈਰਾ ਜਾਂ ਕੈਲਸ਼ੀਅਮ ਵਗੈਰਾ ਦਿੱਤੇ ਜਾਂਦੇ ਨੇ, ਪਲੱਸ ਨਾਲ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਜਾਂਦੀ ਹੈ। ਫਿਜ਼ੀਓਥੈਰੇਪੀ ਦੇ ਵਿੱਚ ਜੋ ਸਾਡਾ ਰੋਲ ਹੈ, ਅਸੀਂ ਕੀ ਕਰਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ, ਇਹਨਾਂ ਦੇ ਫਲੈਕਸਰ ਮਸਲਸ ਜਿਹੜੇ ਹੁੰਦੇ ਨੇ ਉਹ ਟਾਈਟ ਹੋਏ ਹੁੰਦੇ ਆ, ਤਾਂ ਕੰਟਰੈਕਚਰ ਵੀ ਬਣਨ ਲੱਗ ਜਾਂਦੇ ਆ ਜੇ ਡਿਲੇ ਜ਼ਿਆਦਾ ਹੋ ਜੇ। ਤਾਂ ਅਸੀਂ ਉਹਦੀ ਮੂਵਮੈਂਟ ਸ਼ੁਰੂ ਕਰਦੇ ਹਾਂ, ਉਸ ਬੱਚਿਆਂ ਦੀ ਅਸੀਂ ਪੈਸਿਵ ਮੂਵਮੈਂਟ ਸ਼ੁਰੂ ਕਰਦੇ ਹਾਂ। ਆਪਦੇ ਹੱਥ ਨਾਲ ਉਹਨੂੰ ਹੌਲੀ ਹੌਲੀ ਉਹਦੇ ਹਰੇਕ ਅੰਗ ਦੀ, ਹਰੇਕ ਮਸਲ ਦੀ ਹਰਕਤ ਕਰਾਈ ਜਾਂਦੀ ਹੈ। ਉਸ ਤੋਂ ਬਾਅਦ ਉਹਨੂੰ ਕੋਆਰਡੀਨੇਸ਼ਨ ਦੀਆਂ ਕੁਛ ਐਕਸਰਸਾਈਜ਼ਾਂ, ਬੈਲੈਂਸਿੰਗ ਦੀਆਂ ਐਕਸਰਸਾਈਜ਼ਾਂ, ਜਿਵੇਂ ਜਿਵੇਂ ਬੱਚਾ ਰਿਕਵਰੀ ਕਰਦਾ ਉਹਦੀ ਐਕਸਰਸਾਈਜ਼ ਦਾ ਪੈਟਰਨ ਬਦਲਦਾ ਜਾਂਦਾ ਹੈ। ਤਾਂ ਇਹ ਇੱਕ ਪ੍ਰੋਸੈਸ ਹੈ ਜਿਹਦਾ ਥੋੜ੍ਹਾ ਟਾਈਮ ਜ਼ਰੂਰ ਲੈਂਦਾ ਹੈ, ਪਰ ਹੌਲੀ ਹੌਲੀ ਕਰਦੇ ਕਰਦੇ ਅਸੀਂ ਬੱਚੇ ਨੂੰ ਕਾਮਯਾਬ ਕਰ ਲੈਂਦੇ ਹਾਂ। ਉਹ ਬੱਚਾ ਦੁਬਾਰਾ ਤੋਂ ਨਵੀਂ ਜ਼ਿੰਦਗੀ ਮਿਲਦੀ ਹੈ ਉਹਨੂੰ, ਉਹ ਦੁਬਾਰਾ ਚੱਲਣ ਲੱਗ ਜਾਂਦਾ ਹੈ, ਸੁਸਾਇਟੀ ਦੇ ਵਿੱਚ ਸੈਟਅਪ ਹੋ ਜਾਂਦਾ ਹੈ। ਬੜੇ ਮੇਰੇ ਕਲੀਨਿਕਲ ਐਕਸਪੋਜ਼ਰ ਦੇ ਵਿੱਚ ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਉਦਾਹਰਨ ਹੈ, ਜਿਹੜੇ CP ਬੱਚੇ ਸੀਗੇ, ਜਿਹੜੇ ਡਿਲੇ ਹੋਏ ਪਏ ਸੀ, ਮੰਜਿਆਂ 'ਤੇ ਪਏ ਸੀ, ਕੋਈ ਲੇਟ ਆਏ ਮੇਰੇ ਕੋਲ, ਕੁਛ ਟਾਈਮ 'ਤੇ ਪਹੁੰਚੇ, ਤਾਂ ਜਿਨ੍ਹਾਂ ਨੂੰ ਅਸੀਂ ਫਿਜ਼ੀਓਥੈਰੇਪੀ ਦੇ ਰਾਹੀਂ ਅੱਜ ਉਹ ਬੱਚੇ ਆਪਦੀ ਨੋਰਮਲ ਜ਼ਿੰਦਗੀ ਬਤੀਤ ਕਰ ਰਹੇ ਨੇ। ਪਰ ਬੇਸ਼ਰਤ ਇੱਕੋ ਹੀ ਹੈ ਕਿ ਜੋ ਵੀ ਤੁਹਾਡਾ ਫਿਜ਼ੀਓਥੈਰੇਪਿਸਟ ਹੈ ਉਹ ਕੁਆਲੀਫਾਈ ਹੋਣਾ ਚਾਹੀਏ, ਉਹਨੂੰ ਨੌਲੇਜ ਹੋਵੇ, ਉਹਦਾ ਇਹ ਫੀਲਡ ਹੋਵੇ, ਠੀਕ ਹੈ। ਕਿ ਇਹ ਕਿਉਂਕਿ ਕਈ ਵਾਰੀ ਪਿੰਡਾਂ ਵਾਲੇ ਹਲਕਿਆਂ 'ਚ ਅਸੀਂ ਦੇਖਦੇ ਹਾਂ ਕਿ ਲੋਕ ਇਹ ਸਮਝਦੇ ਨੇ ਕਿ ਐਕਸਰਸਾਈਜ਼ ਤਾਂ ਉਹ ਖੁਦ ਹੀ ਕਰ ਲੈਣਗੇ, ਪਰ ਨਹੀਂ, ਐਕਸਰਸਾਈਜ਼ ਦਾ ਇੱਕ ਪੈਟਰਨ ਹੈ। ਉਸ ਪੈਟਰਨ ਦੇ ਨਾਲ ਐਕਸਰਸਾਈਜ਼ ਹੋਏਗੀ ਤਾਂ ਰਿਕਵਰੀ ਆਏਗੀ। ਜਦੋਂ ਤੁਸੀਂ ਐਕਸਰਸਾਈਜ਼ ਕਰਾਉਣੀ ਹੈ ਤਾਂ ਇਕੱਲੀਆਂ ਲੱਤਾਂ ਬਾਹਾਂ ਹਿਲਾਉਣਾ ਮਕਸਦ ਨਹੀਂ ਹੈ। ਮੇਨ ਮਕਸਦ ਜਾਂ ਮੇਨ ਮੁੱਦਾ ਜੋ ਹੁੰਦਾ ਉਹ ਹੈ ਕਿ ਬੱਚੇ ਦੀ ਬ੍ਰੇਨ ਦੀ ਡਿਵੈਲਪਮੈਂਟ ਹੋਣੀ ਹੈ। ਜੇ ਬ੍ਰੇਨ ਰਿਕਵਰ ਕਰੇਗਾ, ਬ੍ਰੇਨ ਦੀ ਡਿਵੈਲਪਮੈਂਟ ਹੋਏਗੀ, ਬ੍ਰੇਨ ਗਰੋਥ ਕਰੇਗਾ, ਤਾਂ ਹੀ ਇਹ ਬਿਮਾਰੀ ਤੋਂ ਜਿੱਤ ਪਾਊਗਾ। ਜੇ ਇਕੱਲੀਆਂ ਲੱਤਾਂ ਬਾਹਾਂ ਹਿਲਾਈਆਂ ਤਾਂ ਰਿਕਵਰੀ ਨਹੀਂ ਹੁੰਦੀ। ਇੱਕ ਚੰਗਾ ਫਿਜ਼ੀਓਥੈਰੇਪਿਸਟ ਜਿਹੜਾ ਉਹਨੂੰ ਡੀਲ ਕਰਦਾ ਹੈ, ਉਹ ਹੋਣਾ ਬਹੁਤ ਜ਼ਰੂਰੀ ਹੈ। ਸਰ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਨ੍ਹਾਂ ਦੀ ਇੱਕ ਦੇ ਸਿਟਿੰਗ ਜੌਬ ਹੈ ਜਾਂ ਬੈਠ ਕੇ ਕੰਮ ਕਰਦੇ ਨੇ, ਸਰ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਬਹੁਤ ਰਹਿੰਦੀ। ਸਰਵਾਈਕਲ ਨੂੰ ਕੀ ਪ੍ਰੋਬਲਮ ਨੂੰ ਕਿਸ ਤਰ੍ਹਾਂ ਟਰੀਟ ਕਰਦੇ ਹੋ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛਿਆ, ਕਿਉਂਕਿ 90% ਪੋਪੂਲੇਸ਼ਨ ਸਰਵਾਈਕਲ ਦੀ ਪੋਪੂਲੇਸ਼ਨ ਨਾਲ ਪੀੜਤ ਹੈ। ਖਾਸ ਤੌਰ 'ਤੇ ਉਹ ਲੋਕ ਜਿਹੜੇ ਕੰਪਿਊਟਰ 'ਤੇ ਬੈਠਦੇ ਨੇ ਜਾਂ ਮੋਬਾਈਲ ਜ਼ਿਆਦਾ ਯੂਜ਼ ਕਰਦੇ ਨੇ, ਜਾਂ ਟੀਚਰਸ ਹੋ ਗਏ, ਠੀਕ ਹੈ, ਜਿਨ੍ਹਾਂ ਦਾ ਕੰਮ ਸਿਟਿੰਗ 'ਚ ਹੈ ਜ਼ਿਆਦਾ, ਉਹਨਾਂ ਦੇ ਪ੍ਰੋਬਲਮ ਸਰਵਾਈਕਲ ਦੀ ਜ਼ਿਆਦਾ ਹੈ। ਸਰਵਾਈਕਲ 'ਚ ਕੁਛ ਮੇਨਲੀ ਕੀ ਹੈ, ਮੈਂ ਕਹਾਂਗਾ ਵੀ 60% ਜਿਹੜੀ ਹੈ ਉਹ ਤੁਹਾਡੇ ਪੋਸਚਰ ਨਾਲ ਰਿਲੇਟਿਡ ਹੈ। ਗਲਤ ਬੈਠਣਾ ਉੱਠਣਾ ਉਹਦਾ ਇੱਕ ਮੇਨ ਕਾਰਨ ਹੈ।
ਉਸ ਦੇ ਨਾਲ ਸਪਾਈਨ ਦਾ ਜਿਹੜਾ ਪ੍ਰੈਸ਼ਰ ਹੈਗਾ, ਸਰਵਾਈਕਲ ਸਪਾਈਨ 'ਤੇ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਉਹ ਨਰਵਸ 'ਤੇ ਇਰੀਟੇਸ਼ਨ ਦਿੰਦਾ ਹੈ। ਤਾਂ ਨਰਵਸ ਖਿੱਚੀਆਂ ਜਾਂਦੀਆਂ, ਪੇਸ਼ੈਂਟ ਨੂੰ ਚੱਕਰ ਆਉਣੇ, ਪੇਸ਼ੈਂਟ ਦੇ ਗਰਦਨ ਦਰਦ ਹੋਣਾ, ਚਿੜਚਿੜਾਪਣ ਆਉਣਾ, ਇਹ ਕੰਪਲੇਂਟਸ ਪੇਸ਼ੈਂਟ ਕਰਦਾ ਹੈ। ਜੋ ਹੋਰ ਵੱਧ ਜਾਂਦੀ ਹੈ ਤਾਂ ਬਾਹਾਂ ਦੇ ਵਿੱਚ ਦਰਦ ਆ ਜਾਣਾ, ਇਹ ਵੀ ਉਹਦਾ ਇੱਕ ਅੱਗੇ ਇੱਕ ਰੀਜ਼ਨ ਬਣਦਾ ਹੈਗਾ। ਤੋ ਇਹਨਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਸਮੱਸਿਆ, ਇਹਦੇ 'ਚ ਅਸੀਂ ਸਾਡਾ ਜੋ ਫਿਜ਼ੀਓਥੈਰੇਪੀ ਹੈ ਬਹੁਤ ਹੀ ਕਾਰਗਰ ਹੈ, 100% ਰਿਜ਼ਲਟ ਹੈ। ਫਿਜ਼ੀਓਥੈਰੇਪੀ ਦੇ ਰਾਹੀਂ ਅਸੀਂ ਜੋ ਨਰਵ 'ਤੇ ਪ੍ਰੈਸ਼ਰ ਹੈ ਉਹਨੂੰ ਰਿਲੀਜ਼ ਕਰਦੇ ਹਾਂ। ਰਿਲੀਜ਼ ਕਰਕੇ ਉਹਦੇ ਜਿਹੜੇ ਮਸਲਸ ਹੈਗੇ ਨੇ, ਜਿਹੜੇ ਸਰਵਾਈਕਲ ਸਪਾਈਨ ਦੇ ਮਸਲਸ ਨੇ, ਉਹਨਾਂ ਦੀ ਜਿਹੜੀ ਖਿਚਾਵ ਆਇਆ ਹੁੰਦਾ ਉਹ ਰਿਲੀਜ਼ ਕੀਤਾ ਜਾਂਦਾ ਹੈ, ਪਲੱਸ ਮਸਲ ਦੀ ਪਾਵਰ ਬਣਾਈ ਜਾਂਦੀ ਹੈ, ਤਾਂ ਜੋ ਪੇਸ਼ੈਂਟ ਨੂੰ ਇਹ ਸਮੱਸਿਆ ਬਾਰ-ਬਾਰ ਨਾ ਹੋਵੇ। ਕਿਉਂਕਿ ਸਰਵਾਈਕਲ ਜੇ ਤੁਹਾਨੂੰ ਇੱਕ ਵਾਰ ਹੋਇਆ ਹੈ, ਜੇਕਰ ਤੁਸੀਂ ਆਪਦੀ ਬੈਠਣ ਉੱਠਣ ਨਹੀਂ ਚੇਂਜ ਕਰਦੇ ਜਾਂ ਆਪਦੀ ਐਕਸਰਸਾਈਜ਼ ਆਪਦੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ, ਤਾਂ ਇਹ ਬਾਰ-ਬਾਰ ਰਿਪੀਟ ਹੁੰਦਾ ਹੈ। ਕਈ ਪੇਸ਼ੈਂਟ ਨੂੰ ਸਾਲ ਬਾਅਦ ਹੁੰਦਾ ਹੈ। ਪਰ ਜੋ ਪੇਸ਼ੈਂਟ ਨੂੰ ਅਸੀਂ ਇੱਥੇ ਸਮਝਾਇਆ ਜਾਂਦਾ, ਦੱਸਿਆ ਜਾਂਦਾ, ਟਰੀਟਮੈਂਟ ਤੋਂ ਬਾਅਦ ਐਕਸਰਸਾਈਜ਼। ਸੋ ਇੱਕ ਐਕਸਰਸਾਈਜ਼ ਬਹੁਤ ਵੱਡਾ ਪਾਰਟ ਹੈ ਸਰਵਾਈਕਲ ਦੇ ਵਿੱਚ। ਜੇ ਤੁਸੀਂ ਰੂਟੀਨ 'ਚ 10 ਮਿੰਟ ਆਪਦੀ ਗਰਦਨ ਨੂੰ ਦਿੰਦੇ ਹੋ ਤਾਂ ਤੁਹਾਡੇ ਗਰਦਨ ਦੇ ਮਸਲ ਸਟਰੋਂਗ ਬਣਨਗੇ ਤਾਂ ਤੁਹਾਡੀ ਸਰਵਾਈਕਲ ਦੀ ਪ੍ਰੋਬਲਮ ਦਾ ਹਮੇਸ਼ਾ ਲਈ ਛੁਟਕਾਰਾ ਹੋ ਜਾਊਗਾ। ਸੋ ਇੱਕ ਐਕਸਰਸਾਈਜ਼ ਪਾਰਟ ਸਰਵਾਈਕਲ ਸਪਾਈਨ ਦੇ ਵਿੱਚ ਹੋਣਾ ਬਹੁਤ ਮੈਟਰ ਹੈ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਪੇਸ਼ੈਂਟ ਨੂੰ ਸਮਝਾਈਆਂ ਜਾਂਦੀਆਂ, ਬਿਨਾਂ ਕਿਸੇ ਦਵਾਈ ਤੋਂ ਉਹਦੀ ਸਰਵਾਈਕਲ ਦਾ ਅਸੀਂ ਹੱਲ ਕਰ ਦਿੱਤੇ ਜਾਂਦੇ। ਸਰ ਆਪਾਂ ਦੇਖਦੇ ਹਾਂ ਕਿ ਕਈ ਡਾਕਟਰ ਕਹਿ ਦਿੰਦੇ ਆ ਵੀ ਤੁਹਾਡੀ ਰੀੜ੍ਹ ਦੀ ਹੱਡੀ ਦਾ ਮਣਕਾ ਗਲ ਗਿਆ ਜਾਂ L5/L5/6/4 ਦੇ ਵਿੱਚ ਗੈਪ ਆ ਗਿਆ। ਉਹ ਕਹਿੰਦਾ ਜੀ ਇਹਦਾ ਤਾਂ ਟਰੀਟਮੈਂਟ ਸਿਰਫ ਓਪਰੇਟ ਹੀ ਹੈ। ਤਾਂ ਤੁਹਾਡੇ ਕੋਲ ਕਈ ਇਹੋ ਜਿਹੇ ਪੇਸ਼ੈਂਟ ਆਏ ਹੋਣ ਜਿਨ੍ਹਾਂ ਨੂੰ ਤੁਸੀਂ ਬਿਨਾਂ ਓਪਰੇਟ ਕੀਤੇ ਠੀਕ ਕੀਤਾ ਹੋਵੇ? ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਦੇ ਬਹੁਤ ਕੇਸ ਨੇ। ਹੁੰਦਾ ਕੀ ਹੈ ਕਿ ਜਦ ਵੀ ਡਿਸਕ ਹਿਲਦੀ ਹੈ, ਜਾਂ ਪੰਜਾਬੀ 'ਚ ਕਹਿ ਦਿੰਦੇ ਆ ਮਣਕਾ ਹਿੱਲ ਜਾਣਾ, ਤਾਂ ਉਹਦੇ 'ਚ ਕੀ ਹੈ ਕਿ ਪੇਸ਼ੈਂਟ ਦੀ ਜਿਹੜਾ ਡਿਸਕ ਦਾ ਨਿਊਕਲੀਅਸ ਹੈ ਜਾਂ ਡਿਸਕ ਦੇ ਵਿੱਚ ਇੱਕ ਫਲੂਇਡ ਹੁੰਦਾ। ਡਿਸਕ ਪਹਿਲਾਂ ਥੋੜ੍ਹੀ ਸਮਝਾਊਂਗਾ। ਡਿਸਕ ਇੱਕ ਪਾਣੀ ਦਾ ਬੁਲਬੁਲੇ ਵਾਂਗੂ ਹੈ, ਇੱਕ ਗਵਾਰਾ ਹੈ ਜਿਹੜਾ ਦੋ ਮਣਕਿਆਂ ਦੇ ਜੋ ਵਰਟੀਬਰਾ ਦੇ ਵਿਚਕਾਰ ਹੁੰਦੀ ਹੈ, ਤਾਂ ਜੋ ਉਹ ਵਰਟੀਬਰਾ ਆਪਸ 'ਚ ਨਾ ਟਕਰਾਉਣ ਅਤੇ ਉਹਨਾਂ ਨੂੰ ਇੱਕ ਕਸ਼ਨ ਦਾ ਕੰਮ ਕਰਦੀ ਹੈ, ਜਾਂ ਪੰਜਾਬੀ 'ਚ ਕਹੀਏ ਤਾਂ ਇੱਕ ਸ਼ੌਕਰ ਦੇ ਤੌਰ 'ਤੇ ਕੰਮ ਕਰਦੀ ਹੈ। ਪਰ ਜਦ ਕਦੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈ ਤਾਂ ਇਹ ਸ਼ੌਕਰ ਜਿਹੜਾ ਹੈ ਲੀਕ ਕਰ ਜਾਂਦਾ ਹੈ। ਲੀਕ ਕਰਕੇ ਉਹ ਲਿਕੁਇਡ ਬਾਹਰ ਆ ਜਾਂਦਾ, ਬਾਹਰ ਆ ਕੇ ਨਰਵ 'ਤੇ ਪ੍ਰੈਸ਼ਰ ਦੇਣ ਲੱਗ ਜਾਂਦਾ, ਤਾਂ ਪੇਸ਼ੈਂਟ ਨੂੰ ਸਵੀਅਰ ਪੇਨ ਆ ਜਾਂਦਾ ਹੈ। ਜਿੰਨਾ ਪ੍ਰੈਸ਼ਰ ਜ਼ਿਆਦਾ ਹੋਊਗਾ ਉਨੀ ਪੇਸ਼ੈਂਟ ਦੀ ਕੰਪਲੀਕੇਸ਼ਨ ਜ਼ਿਆਦਾ ਹੁੰਦੀ ਹੈ। ਪੇਸ਼ੈਂਟਸ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਨਿਕਲ ਕੇ ਬਾਹਰ ਆ ਕੇ ਕਾਇਨਾ ਫਾਈਬਰਸ ਹੁੰਦੇ ਆ ਸਾਡੇ ਡਿਸਕ ਦੇ ਨੀਚੇ ਵਾਲੇ ਪਾਸੇ, ਠੀਕ ਹੈ, ਉਹ ਫਾਈਬਰਸ ਨੂੰ ਨੱਪ ਦਿੰਦਾ, ਤਾਂ ਪੇਸ਼ੈਂਟ ਨੂੰ ਕਬਜੀ ਅਤੇ ਪਿਸ਼ਾਬ ਦੀ ਸਮੱਸਿਆ ਆ ਜਾਂਦੀ ਹੈ, ਜਿਹਨੂੰ ਕਿ ਮੈਡੀਕਲ ਐਮਰਜੈਂਸੀ ਵੀ ਕਿਹਾ ਜਾਂਦਾ ਜੇ ਪਿਸ਼ਾਬ ਦੀ ਪ੍ਰੋਬਲਮ ਆ ਜੇ। ਸਾਡੇ ਕੋਲ ਇਸ ਤਰ੍ਹਾਂ ਦੇ ਵੀ ਨੰਬਰ ਆਫ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਕਾਇਨਾ ਸਿੰਡਰਮ ਹੋਇਆ, ਪਿਸ਼ਾਬ ਦੀ ਪ੍ਰੋਬਲਮ ਆ ਗਈ, ਕਬਜੀ ਹੋ ਗਈ, ਅਸੀਂ ਉਹ ਵੀ ਫਿਜ਼ੀਓਥੈਰੇਪੀ ਵਿਧੀ ਰਾਹੀਂ ਠੀਕ ਕੀਤੇ ਨੇ। ਜਿਹੜਾ ਫਿਜ਼ੀਓ ਦੇ ਵਿੱਚ ਸਾਡਾ ਪਾਰਟ ਹੁੰਦਾ ਹੈ, ਅਸੀਂ ਕੀ ਕਰਦੇ ਹਾਂ ਕਿ ਜੋ ਨਿਊਕਲੀਅਸ ਬਾਹਰ ਆਇਆ, ਜਦ ਨਿਊਕਲੀਅਸ ਬਾਹਰ ਆਉਂਦਾ ਤਾਂ ਉਸੇ ਰੀਜਨ ਨੂੰ ਇਨਫਲੇਮੇਸ਼ਨ ਹੋ ਜਾਂਦੀ ਹੈ, ਸੁੱਜ ਜਾਂਦਾ ਉਹ ਪਾਰਟ, ਤਾਂ ਅਸੀਂ ਉਸ ਲੇਜ਼ਰ ਦੇ ਨਾਲ ਉਹ ਲੇਜ਼ਰ ਰੇਜ਼ ਅਸੀਂ ਦਿੰਦੇ ਹਾਂ, ਜਿਹੜੀਆਂ ਕਿ ਬਹੁਤ ਡੂੰਘਾਈ 'ਚ ਜਾਂਦੀਆਂ ਨੇ, ਅੰਦਰ ਜਾ ਕੇ ਡਿਸਕ ਤੱਕ ਪਹੁੰਚਦੀਆਂ ਨੇ। ਉਸ ਦੀ ਨਿਊਕਲੀਅਸ ਦੀ ਜਿਹੜੀ ਏਰੀਆ ਸਰਾਊਂਡਿੰਗ ਏਰੀਆ, ਉੱਥੇ ਸਰਕੂਲੇਸ਼ਨ ਇਨਕਰੀਜ਼ ਹੋ ਜਾਂਦੀ ਹੈ। ਸਰਕੂਲੇਸ਼ਨ ਇਨਕਰੀਜ਼ ਹੁੰਦੀ ਹੈ ਤਾਂ ਉਹਦੀ ਸੋਜ ਘਟਦੀ ਹੈ ਅਤੇ ਨਿਊਕਲੀਅਸ ਬੈਕ ਜਾਂਦਾ ਵੈ ਅਤੇ ਨਰਵ ਤੋਂ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ। ਰਿਲੀਜ਼ ਹੋਏ ਕਿ ਪੇਸ਼ੈਂਟ ਨੂੰ ਜਿਹੜੀਆਂ ਕੰਪਲੇਂਟਸ ਆ ਰਹੀਆਂ ਹੁੰਦੀਆਂ ਉਹ ਦੂਰ ਹੋ ਜਾਂਦੀਆਂ। ਤਾਂ ਮੈਂ ਇਹ ਕਹੂੰਗਾ ਕਿ ਜਦ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜੀ ਆਪਰੇਸ਼ਨ ਕਰਾਓ, ਤਾਂ ਉਸ ਤੋਂ ਪਹਿਲਾਂ ਇੱਕ ਵਾਰ ਘੱਟੋ ਘੱਟ ਤੁਸੀਂ ਇੱਕ ਫਿਜ਼ੀਓਥੈਰੇਪਿਸਟ ਕੋਲ, ਮਾਹਿਰ ਫਿਜ਼ੀਓਥੈਰੇਪਿਸਟ ਕੋਲ ਜ਼ਰੂਰ ਜਾਓ, ਠੀਕ ਹੈ। 95% 95% ਪੇਸ਼ੈਂਟਸ ਮੈਂ ਤੁਹਾਨੂੰ ਜਾਵੇ ਨਾ ਕਹਿ ਸਕਦਾ ਹਾਂ, ਜਿਨ੍ਹਾਂ ਨੂੰ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ, ਉਹ ਬਿਨਾਂ ਆਪਰੇਸ਼ਨ ਦੇ ਠੀਕ ਹੋ ਜਾਂਦੇ ਨੇ ਫਿਜ਼ੀਓਥੈਰੇਪੀ ਦੇ ਰਾਹੀਂ। ਮਸ਼ੀਨਾਂ ਅਲੱਗ-ਅਲੱਗ ਤਰ੍ਹਾਂ ਦੀਆਂ ਯੂਜ਼ ਹੁੰਦੀਆਂ ਨੇ, ਉਹ ਯੂਜ਼ ਕਰਕੇ ਬਿਨਾਂ ਆਪਰੇਸ਼ਨ, ਬਿਨਾਂ ਦਵਾਈ, ਉਹ ਪੇਸ਼ੈਂਟ ਦੁਬਾਰਾ ਆਪਦੀ ਜ਼ਿੰਦਗੀ ਉਵੇਂ ਜ਼ਿਕਰ ਜਿਉ ਸਕਦੇ ਆ ਜਿਸ ਤਰ੍ਹਾਂ ਨੋਰਮਲ ਬੰਦਾ ਜਿਉਂਦਾ ਹੈ। ਕਿਉਂਕਿ ਆਪਰੇਸ਼ਨ, ਸਪਾਈਨ ਦਾ ਆਪਰੇਸ਼ਨ ਇੱਕ ਬਹੁਤ ਕੰਪਲੀਕੇਟਡ ਕੰਮ ਹੈ ਔਰ ਕੋਈ ਐਡਾ ਵਧੀਆ ਕੰਮ ਨਹੀਂ ਹੈ। ਜੇ ਪੇਸ਼ੈਂਟ ਅੱਜ ਆਪਰੇਸ਼ਨ ਕਰਦਾ ਵੀ ਹੈ ਤਾਂ ਵੀ 10 ਤੋਂ 15 ਸਾਲਾਂ ਬਾਅਦ ਉਹਦੇ ਦੁਬਾਰਾ ਫਾਈਬਰਸ ਟਾਈਟ ਹੋ ਜਾਂਦੇ ਆ, ਟਾਈਟ ਹੋ ਕੇ ਉਹ ਨਰਵ 'ਤੇ ਫਿਰ ਪ੍ਰੈਸ਼ਰ ਪਾਉਂਦੇ ਆ, ਤਾਂ ਕੰਡੀਸ਼ਨ ਉੱਥੇ ਦੀ ਉੱਥੇ ਆ ਜਾਂਦੀ। ਸੋ ਉਸ ਤੋਂ ਬੈਟਰ ਹੈ ਕਿ ਇਹਨੂੰ ਆਪਾਂ ਨੈਚੁਰਲ ਤਰੀਕੇ ਨਾਲ ਹੀਲ ਕਰੀਏ, ਹੀਲ ਕਰਕੇ ਉਹਨੂੰ ਰਿਜ਼ਲਟ ਦਈਏ। ਤੋ ਮੇਰਾ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਵੀ ਇਹੀ ਸੁਨੇਹਾ ਹੈ ਕਿ ਜਦ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇੱਕ ਵਾਰ ਜ਼ਰੂਰ ਫਿਜ਼ੀਓਥੈਰੇਪਿਸਟ ਨੂੰ ਮਿਲ ਕੇ ਉਹਨਾਂ ਦੀ ਸਲਾਹ ਲਓ। ਆਪਰੇਸ਼ਨ ਤੋਂ ਬਚੋ। ਕੋਈ ਸਪਾਈਨ ਦੀ ਸਰਜਰੀ ਕੋਈ ਬਹੁਤ ਅੱਛਾ ਵਿਕਲਪ ਨਹੀਂ ਹੈ, ਤਾਂ ਉਹ ਤੋਂ ਬਚਣ ਦੇ ਲਈ ਇੱਕ ਵਾਰ ਜ਼ਰੂਰ ਮਿਲ ਕੇ ਦਿਖਾਓ, ਚੈੱਕ ਕਰਾਓ,
ਉਹ ਤੁਹਾਡਾ ਮਸਲਾ ਹੱਲ ਹੋ ਜਾਏਗਾ। ਸਰ ਮੈਂ ਇੱਕ ਹੋਰ ਪ੍ਰੋਬਲਮ ਬਾਰੇ ਖਾਸ ਗੱਲ ਕਰਨਾ ਚਾਹੁੰਦਾ। ਅਬ ਮੈਂ ਗੱਲ ਕਰਨਾ ਗੋਡਿਆਂ ਦੀ, ਵੀ ਗੋਡੇ ਖੜਨੇ ਹੋਣਗੇ, ਬੰਦੇ ਤੋਂ ਉੱਠਿਆ ਨਹੀਂ ਜਾਂਦਾ, ਸਹਾਰਾ ਲੈ ਕੇ ਉੱਠਦਾ ਹੈ, ਤਾਂ ਡਾਕਟਰਾਂ ਕੋਲ ਚੈੱਕ ਕਰਾਉਣ ਜਾਂਦਾ, ਉਹ ਕਹਿੰਦਾ ਜੀ ਤੁਹਾਡੇ ਤਾਂ ਗੋਡਿਆਂ ਦੀ, ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਉਹ ਕਹਿੰਦਾ ਵੀ ਤੁਹਾਡੇ ਗੋਡਿਆਂ ਦੀ ਗਰੀਸ ਮੁੱਕ ਗਈ। ਤਾਂ ਇਹਦੇ ਹੱਲ ਸਿਰਫ ਗੋਡੇ ਟਰਾਂਸਪਲਾਂਟ ਹੈ। ਉਸ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਸ ਤਰ੍ਹਾਂ ਹੈ, ਗੋਡਾ ਜਦ ਦੁਖਦਾ ਹੈ ਜਾਂ ਗੋਡਾ ਜਦ ਖਰਾਬ ਹੁੰਦਾ ਹੈ ਤਾਂ ਉਹਦੀਆਂ ਸਟੇਜਿਸ ਹੁੰਦੀਆਂ। ਫਸਟ ਸਟੇਜ ਹੈ ਜਦ ਕਿ ਗੋਡੇ ਦਾ ਸ਼ੁਰੂਆਤੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਖਰਾਬ ਹੋਣਾ, ਉਹਦੇ 'ਚ ਉਹਦੀ ਕਾਰਟੀਲੇਜ ਤੇ ਉਹਦੇ ਅਸਰ ਹੋਣਾ ਸ਼ੁਰੂ ਹੁੰਦਾ ਹੈ। ਸੈਕਿੰਡ 'ਚ ਉਹਦੇ ਇੱਕ ਲਿਗਾਮੈਂਟ ਤੇ, ਫਿਰ ਉਹਦੇ ਬੋਨ ਤੇ ਸਰਫੇਸ ਤੇ, ਫੋਰਥ ਜਿਹੜਾ ਹੈਗਾ ਉਹ ਟੋਟਲੀ ਖਰਾਬ ਹੋ ਜਾਂਦਾ ਹੈ। ਤੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਪੇਸ਼ੈਂਟ 2 ਜਾਂ 3 ਸਟੇਜ ਤੱਕ ਹੈ ਤਾਂ ਉਹਨੂੰ ਕਿਸੇ ਗੋਡਾ ਬਦਲਾਉਣ ਦੀ ਲੋੜ ਨਹੀਂ ਹੈ, ਠੀਕ ਹੈ। ਉਹ ਬਿਨਾਂ ਗੋਡਾ ਬਦਲਾਏ ਫਿਜ਼ੀਓਥੈਰੇਪੀ ਦੇ ਰਾਹੀਂ ਠੀਕ ਹੋ ਜਾਂਦਾ ਹੈ, ਉਹਨੂੰ ਰਿਕਵਰੀ ਹੋ ਜਾਂਦਾ ਹੈ। ਉਸ ਦੀਆਂ ਅਸੀਂ ਗੋਡੇ ਵਾਲੇ ਪੇਸ਼ੈਂਟ 'ਚ ਕੀ ਹੁੰਦਾ ਹੈਗਾ ਕਿ ਉਹਦੇ ਜਿਹੜੇ ਥਾਈਜ਼ ਹੈ, ਜਾਂ ਪੰਜਾਬੀ 'ਚ ਕਹੀਏ ਤਾਂ ਪੱਟ ਦਾ ਜਿਹੜਾ ਮਾਸ ਹੈ ਉਹ ਵੀਕ ਪੈਂਦਾ ਹੈ। ਤਾਂ ਅਸੀਂ ਉਸ ਦੇ ਪੱਟ ਦੇ ਮਾਸ ਦੀ ਮੂਵਮੈਂਟ ਫਾਸਟ ਕਰਦੇ ਹਾਂ, ਉਹਨੂੰ ਸਟਰੋਂਗ ਕਰਦੇ ਹਾਂ, ਤਾਂ ਜੋ ਉਹਦੇ ਬੋਡੀ ਦਾ ਵੇਟ ਜਿਹੜਾ ਹੈ ਉਹਦੇ ਪੱਟਾਂ 'ਤੇ ਪਵੇ, ਉਹਦੇ ਗੋਡਿਆਂ 'ਤੇ ਨਾ ਪਵੇ, ਠੀਕ ਹੈ। ਉਹ ਬੋਡੀ ਉਹਦਾ ਵੇਟ ਪੱਟ ਚੱਕੂਗੀ, ਗੋਡਿਆਂ 'ਤੇ ਵਜਨ ਨਹੀਂ ਆਊਗਾ, ਪੇਸ਼ੈਂਟ ਨੂੰ ਪੇਨ ਨਹੀਂ ਹੋਊਗਾ, ਪੇਸ਼ੈਂਟ ਨੋਰਮਲ ਲਾਈਫ ਕੱਢੂਗਾ। ਸੋ ਹਰੇਕ ਪੇਸ਼ੈਂਟ ਨੂੰ ਬਦਲਾਉਣ ਦੀ ਲੋੜ ਨਹੀਂ ਹੈ, ਪਰ ਠੀਕ ਹੈ ਇਹ ਇੱਕ ਮਾਰਕੀਟ ਟਰੈਂਡ ਹੈ, ਤਾਂ ਜੋ ਚਲੋ ਤੁਸੀਂ ਸਾਰੇ ਸਮਝਦੇ ਹੋਗੇ, ਤਾਂ ਉਸ ਕਰਕੇ ਉਹ ਰਿਕਮੈਂਡੇਸ਼ਨ ਜ਼ਿਆਦਾ ਕੀਤੀ ਜਾਂਦੀ ਹੈ ਵੀ ਗੋਡੇ ਬਦਲਾਓ, ਗੋਡੇ ਬਦਲਾਓ। ਅਦਰਵਾਈਜ਼ ਸਿਰਫ 25% ਪਾਪੂਲੇਸ਼ਨ ਜਿਹੜੀ ਹੈ, ਜਿਹੜੀ ਗ੍ਰੇਡ 4 ਦੇ ਵਿੱਚ ਪਹੁੰਚ ਜਾਂਦੀ ਹੈ, ਉਹਨੂੰ ਬਦਲਾਉਣਾ ਪੈਂਦਾ। ਬਾਕੀ ਜਿਹੜੇ ਹੈ ਨੋਰਮਲ ਬੰਦੇ ਬਿਨਾਂ ਗੋਡੇ ਬਦਲਾਏ ਆਪਦੀ ਜ਼ਿੰਦਗੀ ਗੁਜ਼ਰਦੇ ਨੇ। ਬਹੁਤ ਨੰਬਰ ਆਫ ਪੇਸ਼ੈਂਟਸ ਸਾਡੇ ਕੋਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਡਾਕਟਰ ਜਾਂ PGI ਜਾਂ ਹੋਰ ਵੱਡੇ ਹਸਪੀਟਲਸ ਵੀ ਜਿਹੜੇ ਸੀ ਉਹਨਾਂ ਨੇ ਵੀ ਗੋਡੇ ਬਦਲਣ ਦੀ ਸਲਾਹ ਦਿੱਤੀ ਸੀ, ਪਰ ਜਦ ਅਸੀਂ ਉਹਨਾਂ ਦਾ ਐਕਸਰੇ ਦੇਖਿਆ ਤਾਂ ਅਸੀਂ ਕੀ ਦੇਖਦੇ ਹਾਂ ਕਿ ਜੁਆਇੰਟ ਸਰਫੇਸ ਬਿਲਕੁਲ ਸਹੀ ਪਿਆ ਸੀ, ਕੋਈ ਐਡੇ ਓਸਟੀਓਫਾਈਡ ਜ਼ਿਆਦਾ ਫਾਰਮੇਸ਼ਨ ਨਹੀਂ ਸੀ, ਤਾਂ ਉਹ ਪੇਸ਼ੈਂਟ ਜਿਹੜੇ ਸੀ ਰਿਕਵਰੇਬਲ ਸੀ। ਤਾਂ ਉਹਨਾਂ ਨੂੰ ਅਸੀਂ ਕੁਛ ਟਾਈਮ ਦੀ ਜਿਹੜੀ ਫਿਜ਼ੀਓਥੈਰੇਪੀ ਦਿੱਤੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਐਕਸਰਸਾਈਜ਼ਾਂ ਸਮਝਾਈਆਂ ਜੋ ਪੇਸ਼ੈਂਟ ਆਪਦੇ ਨੋਰਮਲ ਘਰੇ ਕਰ ਸਕਦੇ ਨੇ, ਅਤੇ ਉਹ ਆਪਦੀ ਹੁਣ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ। ਉਹਨਾਂ ਨੂੰ ਕੋਈ ਆਪਰੇਸ਼ਨ ਦੀ ਜ਼ਰੂਰਤ ਨਹੀਂ ਹੈ, ਕੁਛ ਨਹੀਂ ਹੈ। ਸੋ ਇੱਕ ਵਾਰ ਜ਼ਰੂਰ ਚੈੱਕ ਕਰਾਓ, ਚੈੱਕ ਕਰਾਉਣਾ ਜ਼ਰੂਰ ਬਣਦਾ ਹੈ। ਆਪਰੇਸ਼ਨ ਤੋਂ ਪਹਿਲਾਂ ਸਲਾਹ ਲਓ, ਕਿਉਂਕਿ ਆਪਰੇਸ਼ਨ ਤੋਂ ਬਾਅਦ ਵੀ ਉਸ ਦੇ ਲਈ 1 ਮਹੀਨਾ ਸਵਾ ਮਹੀਨਾ ਲੱਗਦਾ ਹੈ। ਉਸ ਪੇਸ਼ੈਂਟ ਨੂੰ ਫਿਜ਼ੀਓਥੈਰੇਪੀ ਕਰਾਉਣੀ ਪੈਂਦੀ ਹੈ, ਫਿਰ ਉਹ ਜਾ ਕੇ ਨੋਰਮਲ ਲਾਈਫ 'ਚ ਆਉਂਦਾ ਹੈ, ਠੀਕ ਹੈ ਨਾ। ਸੋ ਉਹ ਬੈਟਰ ਇਹ ਹੈ ਕਿ ਆਪਾਂ ਇੱਕ ਵਾਰ ਪਹਿਲਾਂ ਹੀ ਉਹਨੂੰ ਦੇਖਿਆ ਜਾਵੇ, ਦੇਖ ਕੇ ਜੇ ਉਹਦੇ ਬਚ ਸਕਦਾ ਤਾਂ ਉਹਨੂੰ ਜ਼ਰੂਰ ਬਚਾਉਣਾ ਚਾਹੀਦਾ ਹੈ। ਇਹ ਸੀ ਜੀ ਸਾਡੇ ਨਾਲ ਜਸਦੇਵ ਸਿੰਘ ਧਨੋਆ, ਬਠਿੰਡਾ ਦੇ ਬਹੁਤ ਹੀ ਮਾਹਿਰ ਫਿਜ਼ੀਓਥੈਰੇਪਿਸਟ ਡਾਕਟਰ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਸ਼ਹੂਰ ਡਾਕਟਰ ਨਾਲ। ਥੈਂਕ ਯੂ।